चरण छो गंगा श्री खुरालगढ़ साहिब के सेवक और ऑल इंडिया आदि धर्म समाज मिशन रजिस्ट्रेड के राष्ट्रीय प्रधान संत सतविंदर हीरा के साथ उनके गृहस्थी जीवन से संत बनने तक और साथ ही मिशन संबंधित दलजीत अजनोहा की तरफ से की गई विशेष बातचीत। नमस्कार दोस्तों, मैं थोड़ा होस्ट है दोस्त दलजीत अजनोहा। ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਕਿਸੇ ਵਿਅਕਤੀ ਨੇ ਸਮਾਜ ਨੂੰ ਕੁਝ ਦੇਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਦੇ ਰਿਹਾ ਹੋਵੇ ਜਾਂ ਉਹਦਾ ਉਪਰਾਲਾ ਕਰਦਾ ਹੋਵੇ ਤੇ ਚਾਹੇ ਉਹ ਸਮਾਜ ਦੇ ਵਿੱਚ ਸਿਆਸੀ ਪਾਰਟੀ ਹੋਵੇ, ਚਾਹੇ ਕੋਈ ਅਧਿਕਾਰੀ ਹੋਵੇ ਜਾਂ ਕਿਸੇ ਵੀ ਡਿਪਾਰਟਮੈਂਟ ਦਾ ਹੋਵੇ ਤੇ ਚਾਹੇ ਕਿਸੇ ਸੰਤ ਸਮਾਜ ਦਾ ਵਿਅਕਤੀ ਹੋਵੇ, ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਨਿਵਾਸ ਸਥਾਨ ਤੇ ਜਾਂ ਜਿੱਥੇ ਵੀ ਉਹਨਾਂ ਦਾ ਸੰਬੰਧ ਸਥਾਨ ਉੱਥੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਕਿ ਜਿਹੜੀ ਸਾਡੇ ਲੋਕ ਆ, ਸਾਡੀ ਆਵਾਮ ਆ, ਉਹ ਉਹਨਾਂ ਵੱਲੋਂ ਦੱਸੀ ਹੋਈਆਂ ਗੱਲਾਂ ਤੇ ਜੀ ਅਮਲ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਨਾ ਚਾਹੁੰਦੀ ਹੈ ਤੇ ਉਹ ਜ਼ਰੂਰ ਕਰੇ। ਅਸੀਂ ਅੱਜ ਪਹੁੰਚੇ ਹਾਂ ਸ਼੍ਰੀ ਖੁਰਾਲਗੜ੍ਹ ਸਾਹਿਬ। ਜਿਹੜੇ ਚਰਨ ਛੋ ਪ੍ਰਾਪਤ ਤੇ ਜਿਹੜੀ ਗੱਗੇ ਇੱਥੇ ਕਿਹਾ ਜਾਂਦਾ ਜੀ ਤੇ ਪੂਰਾ ਨਾਮ, ਪੂਰੇ ਇਤਿਹਾਸ ਤੇ ਪੂਰੀ ਇਸ ਚੀਜ਼ ਦੀ ਜਿਹੜੀ ਜਗ੍ਹਾ ਦਾ ਸਥਾਨ ਦਾ ਆ ਉਹ ਅਸੀਂ ਬਾਬਾ ਜੀ ਨਾਲ ਗੱਲ ਕਰਾਂਗੇ ਜਿਹੜੇ ਇੱਥੇ ਮੁੱਖ ਸੇਵਾਦਾਰ ਨੇ। ਤੇ ਕਈ ਵਾਰ ਇਸ ਤਰ੍ਹਾਂ ਹੁੰਦੀ ਆ ਕਿ ਹੋਸਟ ਦੇ ਕੋਲੋਂ ਕੋਈ ਕਿਸੇ ਤਰ੍ਹਾਂ ਦੀ ਗੱਲ ਹੋ ਜਾਂਦੀ ਆ, ਤਾਂ ਇਸ ਕਰਕੇ ਅਸੀਂ ਪੂਰਨ ਰੂਪ ਦੇ ਵਿੱਚ ਅਸੀਂ ਉਹੀ ਗੱਲ ਕਰਾਂਗੇ ਜਿਹੜੀ ਸਾਨੂੰ ਉੱਥੇ ਦੇ ਨਿਵਾਸ ਥਾਂ ਤੇ ਜਾਂ ਉੱਥੇ ਦੇ ਮੁੱਖ ਸੇਵਾਦਾਰ ਉਹ ਗੱਲ ਕਰਨਗੇ। ਅਸੀਂ ਉਹੀ ਆਪਣੇ ਦਰਸ਼ਕਾਂ ਤੱਕ, ਆਵਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਅੱਜ ਅਸੀਂ ਗੱਲ ਕਰਾਂਗੇ ਸੰਤ ਸਤਵਿੰਦਰ ਸਿੰਘ ਹੀਰਾ ਜੀ ਦੇ ਨਾਲ ਵੀ ਉਹ ਇਸ ਥਾਂ ਤੇ ਮੁੱਖ ਸੇਵਾਦਾਰ ਵਜੋਂ ਕਿਸ ਤਰ੍ਹਾਂ ਆਏ ਤੇ ਕਿਸ ਤਰ੍ਹਾਂ ਉਹ ਮਤਲਬ ਜਿਹੜਾ ਉਹਨਾਂ ਦੇ ਜੀਵਨ ਦੇ ਵਿੱਚ ਸੰਤ ਰੂਪ ਜਿਹੜਾ ਧੰਨ। ਸਵਾਗਤ ਹੈ ਜੀ ਸੰਤ ਸਤਵਿੰਦਰ ਸਿੰਘ ਹੀਰਾ ਜੀ ਤੁਹਾਡਾ BBC ਪੰਜਾਬ ਤੇ। ਆਪਾਂ ਸਰ ਜਿਹੜੀ ਗੱਲ ਸ਼ੁਰੂਆਤ ਕਰੀਏ ਕਿਉਂਕਿ ਅਕਸਰ ਅਸੀਂ ਗੱਲ ਕਰਦੇ ਹਾਂ ਵੀ ਜਦੋਂ ਵੀ ਲੋਕਾਂ ਦੇ ਵਿੱਚ ਜਾਂਦੇ ਹਾਂ ਕਿ ਉਹ ਜਿਹੜਾ ਸਮਾਜ ਦੇ ਲਈ ਕੀ ਗੱਲ ਕਰਦੇ ਹੋ। ਪਹਿਲਾਂ ਤਾਂ ਤੁਸੀਂ ਜਿਹੜੀ ਆਪਣੀ ਪਰਸਨਲ ਲਾਈਫ, ਜਿਵੇਂ ਅਸੀਂ ਗੱਲ ਕਰਦੇ ਹਾਂ ਕੋਈ ਨਾ ਕੋਈ ਵਿਅਕਤੀ ਜਿਹੜਾ ਸੰਤ ਰੂਪ ਦੇ ਵਿੱਚ ਆਉਂਦਾ, ਪੈਤਰਿਕ ਰੂਪ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਸੰਤ ਰੂਪ ਦੇ ਵਿੱਚ ਆਉਂਦੇ ਨੇ ਤੇ ਤੁਸੀਂ ਇੱਕ ਗ੍ਰਸਤੀ ਜੀਵਨ ਦੇ ਵਿੱਚ ਸੰਤ ਰੂਪ ਦੇ ਵਿੱਚ ਜਿਹੜਾ ਇੱਥੋਂ ਲੈ ਕੇ ਗ੍ਰਸਤੀ ਤੋਂ ਲੈ ਕੇ ਹੁਣ ਤੱਕ ਸੰਤ ਰੂਪ ਦਾ ਜਿਹੜਾ ਸਫ਼ਰ ਆ ਇਹਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਇੱਥੇ ਤੱਕ ਜਿਹੜਾ ਇਹ ਰੂਪ ਜਿਹੜਾ ਧਾਰਨ ਜੀ। ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਧੰਨਵਾਦ ਹੈ ਕਿ ਤੁਸੀਂ ਸ਼੍ਰੀ ਚਰਨ ਛੋ ਗੰਗਾ ਤੇ ਸਾਡੇ ਵਿਕਾਸ ਮਾਤਾ ਦੇ ਸਥਾਨ 'ਤੇ ਆਏ, ਉਪਰੰਤ ਤੁਸੀਂ ਜਾਣਕਾਰੀ ਮੰਗੀ। ਬਹੁਤ ਧੰਨਵਾਦ ਹੈ। ਸੰਗਤ ਦੇ ਵਿੱਚ ਜਾਣਕਾਰੀ ਜਾਣੀ ਚਾਹੀਦੀ ਹੈ। ਦਾਸ ਇੱਕ ਸਧਾਰਨ ਗਰੀਬ ਪਰਿਵਾਰ ਦੇ ਵਿੱਚ 1961 ਦੇ ਵਿੱਚ ਜਿਹੜਾ ਕਿ ਪੇਸ਼ੇ ਤੋਂ ਮੋਚੀ ਸੀ, ਮੇਰੇ ਪਿਤਾ ਜੀ ਤੇ ਜਦੋਂ ਪੜ੍ਹਾਈ ਕੀਤੀ, ਪੜ੍ਹਾਈ ਕਰਕੇ ਸਾਨੂੰ ਬਤੌਰ ਸੁਪਰਵਾਈਜ਼ਰ ਲੀਬੀਆ ਦੇ ਵਿੱਚ ਨੌਕਰੀ ਮਿਲ ਗਈ ਔਰ ਉੱਥੇ ਅਸੀਂ 18 ਸਾਲ ਲੀਬੀਆ ਗਵਰਨਮੈਂਟ ਦੇ ਵਿੱਚ ਕੰਮ ਕੀਤਾ। ਉਪਰੰਤ ਆਪਣਾ ਬਿਜ਼ਨਸ ਸ਼ੁਰੂ ਕੀਤਾ ਔਰ ਅਸੀਂ ਬਹੁਤ ਵੱਡੇ ਪੱਧਰ 'ਤੇ ਜੋ ਆਪਣੇ ਪਰਿਵਾਰ ਦੇ ਮੁਤਾਬਕ ਬਹੁਤ ਵੱਡੇ ਪੱਧਰ 'ਤੇ ਕਾਮਯਾਬੀ ਦੇ ਵਿੱਚ ਸੀ। ਔਰ ਸਾਡੇ ਪਿਤਾ ਜੀ ਨੇ ਭਾਵੇਂ ਉਹ ਬਹੁਤ ਜਿਸ ਨੂੰ ਅੱਜ ਲੋਅਰ ਜੋਬ ਗਿਣਿਆ ਜਾਂਦਾ ਪਰ ਉਹਨਾਂ ਨੇ ਸਾਨੂੰ ਪੜ੍ਹਾਇਆ। ਸਾਡੇ ਵੱਡੇ ਭਾਈ ਸਾਹਿਬ ਜੀ ਸਟੇਟ ਬੈਂਕ ਇੰਡੀਆ ਤੋਂ AGM ਰਿਟਾਇਰ, ਸਾਨੂੰ ਇੰਜੀਨੀਅਰ ਬਣਾਇਆ। ਉਪਰੰਤ ਅਸੀਂ ਲੀਬੀਆ ਗਵਰਨਮੈਂਟ ਵਿੱਚ ਕਰਨਲ ਗਦਾਫੀ ਦੇ ਨਾਲ ਰਹੇ ਔਰ ਉੱਥੇ ਅਸੀਂ ਬੈਸਟ ਇੰਜੀਨੀਅਰ ਦਾ ਸਾਨੂੰ ਰਾਸ਼ਟਰਪਤੀ ਅਵਾਰਡ ਵੀ ਮਿਲਿਆ। ਉਪਰੰਤ ਇੰਡੀਆ ਆਏ, ਇੰਡੀਆ ਦੇ ਵਿੱਚ ਅਸੀਂ ਆਪਣਾ ਜੋ ਰੀਅਲ estate ਦਾ ਕੰਮ ਸ਼ੁਰੂ ਕੀਤਾ। ਹੋਰ ਨਾਲ ਸਮਾਜਿਕ ਕੰਮ ਵੀ ਕਰਦੇ ਰਹੇ, ਪਰੰਤੂ ਇੱਕ ਸੰਸਥਾ ਦੇ ਰਾਹੀਂ ਬੱਚਿਆਂ ਨੂੰ ਸਾਨੂੰ ਸਮਾਂ ਮਿਲਿਆ, ਕਾਪੀਆਂ ਪੈਨਸਲਾਂ, ਇੱਥੋਂ ਤੱਕ ਕਿ ਗਰੀਬ ਬੱਚਿਆਂ ਨੂੰ ਚੱਪਲਾਂ ਦੇਣੀਆਂ ਜਾਂ 5-5 ਰੁਪਏ ਦੀਆਂ 2-2 ਰੁਪਏ ਦੀਆਂ ਚੱਪਲਾਂ ਦੇਣੀਆਂ, ਦੁਬਾਰਾ ਦੇਣਾ ਤੇ ਉਹ ਬੱਚਿਆਂ ਦੇ ਮਨਾਂ ਦੇ ਉੱਤੇ ਜਾਂ ਚਿਹਰੇ ਦੇ ਉੱਤੇ ਬਹੁਤ ਮੁਸਕਾਨ ਆਉਂਦੀ ਸੀ। ਭਾਵੇਂ ਕਿ ਅਸੀਂ ਆਪਣੇ ਬੱਚਿਆਂ ਨੂੰ ਗੱਡੀ ਲੈ ਕੇ ਦੇ ਦਿੱਤੀ, ਉਹਨਾਂ ਖੁਸ਼ੀ ਨਹੀਂ ਸੀ ਜਿੰਨੀ ਇੱਕ ਲੋੜਵੰਦ ਬੱਚੇ ਨੂੰ ਦੁਬਾਰੇ ਤੋਂ ਖੁਸ਼ੀ ਹੁੰਦੀ ਸੀ। ਫਿਰ ਸਮਾਂ ਬਣਿਆ, ਸਾਨੂੰ ਸੰਸਥਾ ਨੂੰ ਕਿਸੇ ਕਾਰਨ ਛੱਡਣਾ ਪਿਆ। ਅਸੀਂ 2 ਸਕੂਲ ਚੁਣੇ, 3 ਆਪ ਹੀ ਯੂਨੀਫਾਰਮ ਤੇ ਸਟੇਸ਼ਨਰੀ ਉਹਨੂੰ ਦਿੰਦੇ ਰਹੇ। ਬਹੁਤ ਚਿਰ ਬਾਅਦ ਸਾਡੇ ਸ਼੍ਰੀ ਚਰਨ ਛੋ ਗੰਗਾ ਤੋਂ ਸਾਨੂੰ ਖੋਜ ਕੀਤਾ ਗਿਆ, ਜਿਹੜੇ ਮੇਰੇ ਨਾਲ ਸ਼੍ਰੀ ਚਰਨ ਛੋ ਗੰਗਾ ਤੇ ਇੱਥੇ ਆ ਕੇ ਸੇਵਾ ਕਰਨ ਲੱਗ ਗਏ ਸੀ। ਉਸ ਯੂਨਿਟ ਨੂੰ ਅਸੀਂ ਛੱਡ ਦਿੱਤਾ ਸੀ ਜਿਹੜਾ ਲੁਧਿਆਣੇ ਦੇ ਵਿੱਚ ਸੀ, ਉਹਦੇ ਵਿੱਚ ਮੈਂ ਪੰਜਾਬ ਪ੍ਰਧਾਨ ਸੀ। ਪਰੰਤੂ ਸਾਨੂੰ ਉੱਥੇ ਕੁਝ ਊਤਾਈਆਂ ਲੱਗੀਆਂ ਜਿਹੜੀਆਂ ਸਾਡੇ ਮਨ ਨੂੰ ਠੇਸ ਪਹੁੰਚੀ, ਅਸੀਂ ਛੱਡ ਦਿੱਤਾ। ਉਪਰੰਤ ਸਾਡੇ ਨਾਲ ਦੇ ਜਿਹੜਾ ਥੱਲੇ ਯੂਨਿਟ ਸੀ ਪੰਜਾਬ ਤੋਂ, ਉਹ ਸਾਰਾ ਚਰਨ ਛੋ ਗੰਗਾ ਨਾਲ ਜੁੜ ਗਿਆ ਔਰ ਮੈਨੂੰ ਮਜਬੂਰ ਕਰਨ ਲੱਗਾ। ਲੇਕਿਨ ਅਸੀਂ, ਕਿਉਂਕਿ ਮੇਰੇ ਬੱਚੇ ਵੀ ਗੁਰੂ ਸਾਹਿਬ ਤੋਂ ਪੜ੍ਹੇ ਆ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਹਾਂ ਤੇ ਅਸੀਂ ਜਿਸ ਨੂੰ ਮੂਰਤੀ ਪੂਜਾ ਕਿਹਾ ਜਾਂਦਾ ਉਸ ਨੂੰ ਅਸੀਂ ਅੱਜ ਤੱਕ ਕਿਤੇ ਨਹੀਂ ਗਏ ਸੀ ਜੀ। ਤੇ ਇਹ ਸਾਨੂੰ ਬਾਰ-ਬਾਰ ਅਪਰੋਚ ਕਰਦੇ ਸੀ। 2009 ਦੇ ਵਿੱਚ ਅਸੀਂ ਆਪਣੇ ਪਿੰਡ ਸੰਧਵਾ ਗਏ ਹੋਏ ਸੀ ਤੇ ਉੱਥੇ ਜਠੇਰਿਆਂ ਦਾ ਮੇਲਾ ਹੁੰਦਾ। ਸਾਡੇ ਮਾਂ-ਬਾਪ ਨੇ ਕਿਹਾ ਤੇ ਸਾਲ ਵਿੱਚ ਜ਼ਰੂਰ ਆਉਣਾ। ਉੱਥੇ ਜਦੋਂ ਫੋਨ ਗਿਆ ਇੱਥੋਂ ਤੇ ਕਹਿਣ ਲੱਗੇ ਵੀ ਆ ਜਾਓ। ਅਸੀਂ ਅੱਜ ਤਾਂ ਅਸੀਂ ਆਪਣੇ ਜਠੇਰਿਆਂ ਦੇ ਆਏ ਹਾਂ ਤੇ ਉਹਨਾਂ ਨੇ ਕਿਹਾ ਵੀ ਇੱਥੇ ਕੀ ਹੈ। ਅਸੀਂ ਕਿਹਾ ਇੱਥੇ ਵੀ ਮੂਰਤੀ ਤੇ ਮੇਰੇ ਕੋਲ ਉਸ ਸਮੇਂ ਮਰਸਡੀ ਹੁੰਦੀ ਸੀ 1 ਨੰਬਰ। ਮੈਂ ਆਪਣੀ ਘਰ ਵਾਲੀ ਨੂੰ ਕਿਹਾ ਵੀ ਆਪਾਂ ਸਿੱਧੇ ਜਾਣਾ ਤੇ ਜਿਸ ਰਸਤੇ ਤੁਸੀਂ ਅੱਜ ਆਏ ਹੋ ਮਾਲਪੁਰ ਤੋਂ ਇਹ ਮਾਸੜੀ ਹੁੰਦੇ ਹਿਮਾਚਲ ਵਿੱਚ ਦੀ ਅਸੀਂ ਇੱਥੋਂ ਦੀ ਆਏ। ਇੱਥੇ ਇੱਕ ਝੌਂਪੜੀ ਸੀ, ਝੌਂਪੜੀ ਕਾਨਿਆਂ ਦੀ ਔਰ 2.5 ਫੁੱਟ ਦਾ ਗੇਟ, ਉਸ ਦੇ ਵਿੱਚ ਗੁਰਦਾਸ ਮਹਾਰਾਜ ਦਾ ਸਰੂਪ ਪਿਆ ਸੀ ਔਰ ਉਸ ਦੀ ਕੋਈ ਮਰਿਆਦਾ ਨਹੀਂ ਸੀ।
ਫਿਰ ਅਸੀਂ ਪਿੱਛੇ ਚਰਨਛੋਹ ਗੰਗਾ ਤੇ ਗਏ ਤੇ ਸਾਨੂੰ ਉੱਥੇ ਵੀ ਬਹੁਤ ਮਨ ਨੂੰ ਠੇਸ ਪਹੁੰਚੀ ਕਿ ਗੁਰੂ ਰਵਿਦਾਸ ਦੇ ਸਰੂਪ ਦੇ ਨਾਲ ਜੋ, ਕਿਉਂਕਿ ਜੰਗਲ ਦੇ ਵਿੱਚ ਲੱਗਾ ਹੋਇਆ, ਕਮੇਟੀ ਹੈ ਨਹੀਂ, ਸੰਗਤ ਹੈ ਨਹੀਂ, ਕੋਈ ਇੱਥੇ ਆਉਂਦਾ ਨਹੀਂ ਹੈ, ਜਿੰਨੀ ਕੁ ਕਮੇਟੀ ਹੈ ਉਹ ਇਸ ਦੇ ਯੋਗ ਨਹੀਂ ਹੈ, ਤੇ ਜਾਨਵਰ ਵੀ ਜਿਹੜੇ ਸੀ ਉਹ ਗੁਰੂ ਮਹਾਰਾਜ ਦੇ ਸਰੂਪ ਦੇ ਨਾਲ ਮੈਨੂੰ ਲੱਗਿਆ ਕਿ ਬੇਅਦਬੀ ਕਰ ਰਹੇ। ਮੈਂ ਫੋਟੋਗ੍ਰਾਫੀ ਕੀਤੀ, ਲੇਕਿਨ ਇਹਨਾਂ ਨੂੰ ਆ ਕੇ ਬੇਨਤੀ ਕੀਤੀ ਕਿ ਵੀ ਇਹ ਜੋ ਸਥਾਨ ਹੈ ਗੰਗਾ ਪ੍ਰਗਟ ਹੈ, ਇਤਨਾ ਇਤਿਹਾਸਕ ਸਥਾਨ ਹੈ, ਤੁਸੀਂ ਇਸ ਦੀ ਸਾਂਭ ਸੰਭਾਲ ਕਿਉਂ ਨਹੀਂ ਕਰਦੇ। ਕਹਿਣ ਲੱਗੇ ਤੁਸੀਂ ਵੀ ਆ ਜਾਓ। ਇਹਨਾਂ ਨੇ ਮੈਨੂੰ ਮਿਸ਼ਨ ਦੇ ਵਿੱਚ ਲੈ ਲਿਆ। 2-4 ਦਿਨਾਂ ਬਾਅਦ ਹੀ ਇਹਨਾਂ ਦੇ ਵਾਈਸ ਪ੍ਰਧਾਨ ਰਤਨ ਸਿੰਘ ਜੀ ਕੰਗ ਸੀ, ਜਿਹੜੇ ਉਹ ਮੇਰੇ ਕੋਲ ਚਿੱਠੀ ਲੈ ਕੇ ਆਏ, ਇੰਡੀਆ ਦਾ ਮੈਨੂੰ ਵਾਈਸ ਪ੍ਰਧਾਨ ਤੋਂ ਸੀਨੀਅਰ ਵਾਈਸ ਪ੍ਰਧਾਨ ਬਣਾ ਦਿੱਤਾ। ਤੇ ਜਿਹੜਾ ਪ੍ਰਧਾਨ ਸੀ ਉਹ ਇੰਗਲੈਂਡ ਦੇ ਵਿੱਚ ਰਹਿੰਦਾ ਸੀ। ਇਸੇ ਦੌਰਾਨ ਮੈਂ 2 ਮਹੀਨਿਆਂ ਵਾਸਤੇ ਯੂਰਪ ਦੇ ਵਿੱਚ ਗਿਆ, ਔਰ ਮੈਂ ਟਾਈ ਪੈਂਟ ਕਮੀਜ਼ ਦੇ ਵਿੱਚ ਸੀ। ਕੋਈ ਵੀ ਉੱਥੇ ਜਿਸ ਤਰ੍ਹਾਂ ਇੱਥੇ ਬਲੈਕ ਤੋਂ ਆ ਕੇ 5 ਯੂਰੋ ਦਿੰਦੇ ਆ ਜਾਂ 5 ਪਾਉਂਡ ਦਿੰਦੇ ਆ, ਦਾਸ ਨੂੰ ਗੁਰੂ ਨੇ ਕਿਰਪਾ ਬਖਸ਼ੀ ਸੀ। ਅਸੀਂ ਉੱਥੋਂ ਦਾ ਬਲਬੀਰ ਮੱਲ ਪ੍ਰਧਾਨ ਸੀ ਵਰੁਣ ਦਾ ਗੁਰਦੁਆਰਾ, ਤਾਂ ਨਾਲ ਲੈ ਕੇ 5 ਯੂਰੋ ਜਾਂ 5 ਪਾਉਂਡ ਵੀ ਦਿੰਦੇ ਰਹੇ, ਲੇਕਿਨ ਫਿਰ ਵੀ ਕੋਈ ਗੁਰਦਾਸ ਮਹਾਰਾਜ ਦੇ ਇਤਿਹਾਸਕ ਸਥਾਨ ਦੀ ਗੱਲ ਸੁਣਨ ਨੂੰ ਪਿਆਰ ਨਹੀਂ ਸੀ। ਕੋਈ ਕਿਸੇ ਡੇਰੇ ਨਾਲ ਬੱਜਾ ਸੀ, ਕੋਈ ਕਿਸੇ ਸੰਤ ਨਾਲ ਬੱਜਾ ਸੀ, ਕੋਈ ਕਿਸੇ ਸੰਤ ਨਾਲ ਬੱਜਾ ਸੀ, ਲੇਕਿਨ ਗੁਰਦਾਸ ਮਹਾਰਾਜ ਦੇ ਇਤਿਹਾਸਕ ਸਥਾਨ ਬਾਰੇ ਇਸ ਬਾਰੇ ਸੁਣਨ ਨੂੰ ਪਿਆਰ ਨਹੀਂ ਸੀ। ਅਸੀਂ 2 ਮਹੀਨੇ ਲਾ ਕੇ ਆ ਗਏ, ਔਰ ਉਸ ਉਪਰੰਤ ਆ ਕੇ ਫਿਰ ਸੰਤ ਮਹਾਂਪੁਰਖਾਂ ਨਾਲ ਬੇਨਤੀ ਕੀਤੀ। ਸੰਤ ਸਰਵਦਾਸ ਜੀ ਲੁਧਿਆਣੇ ਵਾਲੇ, ਸੰਤ ਜਸਵਿੰਦਰ ਸਿੰਘ ਜੀ ਡਾਂਡੀਆਂ, ਸੰਤ ਜਗਤਪੁਰ ਭਗੌਰੇ ਵਾਲੇ ਤੇ ਸੰਤ ਜਸਵੰਤ ਜੀ ਰਾਵਲਪਿੰਡੀ, ਇਹ 4 ਸੰਤਾਂ ਦੇ ਨਾਲ ਸਾਡਾ ਲਿਖਤੀ ਐਗਰੀਮੈਂਟ ਹੋਇਆ ਕਿ ਅਸੀਂ ਇਹਨਾਂ ਨੂੰ ਜੋ ਇਹਨਾਂ ਦੀ ਇੱਛਾ ਉਹਦੇ ਮੁਤਾਬਕ ਕੰਮ ਕਰਾਂਗੇ, ਔਰ ਇਹ ਆਲ ਇੰਡੀਆ ਧਰਮ ਮਿਸ਼ਨ ਦੇ ਰਾਹੀਂ ਜਿੱਥੇ ਜਿੱਥੇ ਗੁਰੂ ਮਹਾਰਾਜ ਜੀ ਗਏ ਉਹਨਾਂ ਸਥਾਨਾਂ ਦਾ ਪ੍ਰਚਾਰ ਕਰਾਂਗੇ। ਉਸ ਮੁਤਾਬਕ ਅਸੀਂ ਇਹਨਾਂ ਨੂੰ 4 ਨੂੰ ਦੁਬਈ ਲੈ ਕੇ ਗਏ। ਦੁਬਈ ਜਾਣ ਤੋਂ ਬਾਅਦ ਜਦੋਂ ਵਾਪਸ ਆਏ, 2 ਸੰਤ ਜਿਹੜੇ ਸੀ ਉਹ ਬਿਜ਼ੀ ਹੋ ਗਏ ਆਪਣੇ ਕੰਮਾਂ ਵਿੱਚ, ਸਾਡੇ ਕੋਲ 2 ਸੰਤ ਰਹੇ। ਫਿਰ ਜਿਹੜੇ ਸੰਤ ਸੀ ਉਹ ਵੀ ਤੀਸਰੇ ਨੰਬਰ ਸੰਤ ਸੀ, ਉਹਨਾਂ ਦੀ ਵੀ ਮਜਬੂਰੀ ਹੋ ਗਈ, ਘਰਾਂ ਦੀਆਂ ਬਹੁਤ ਮਜਬੂਰੀਆਂ ਹੋ ਜਾਂਦੀਆਂ। ਉਹਨਾਂ ਨੇ ਵੀ ਕਿਹਾ ਵੀ ਮੈਂ ਹੁਣ ਅੱਗੇ ਜ਼ਿਆਦਾ ਨਹੀਂ ਚੱਲ ਸਕਦਾ, ਸਾਡੇ ਕੋਲ ਇੱਕੋ ਇੱਕ ਰਹਿ ਗਏ ਸੰਤ ਸਰਵਦਾਸ ਜੀ ਲੁਧਿਆਣੇ ਵਾਲੇ। ਜਦੋਂ ਸੰਤ ਲੁਧਿਆਣੇ ਵਾਲੇ ਸੰਤ ਸਰਵਦਾਸ ਜੀ ਰਹਿ ਗਏ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਮਿਸ਼ਨ ਦੇ ਵਿੱਚ ਬਾਬਾ ਬੰਤਾ ਰਾਮ ਜੀ ਘੇੜਾ ਜਿਹੜੇ ਹੈ ਉਹ ਸਿਵਲੀਅਨ ਵਿੱਚ ਹੈ, ਲੇਕਿਨ ਇੱਕ ਸੰਤ ਹੈ ਉਹ ਸਾਡੇ ਨਾਲ ਚੱਲਦਾ ਸੀ ਪਹਿਲਾਂ ਜੀ, ਉਹ ਚਲੇ ਗਏ ਹੈ, ਤੁਸੀਂ ਹੁਣ ਸੰਤ ਹੋ, ਤੁਸੀਂ ਅੱਗੋਂ ਸੰਤ ਵਧਾਓ, ਅਸੀਂ ਇੱਧਰ ਮਿਸ਼ਨ ਦੇ ਮੈਂਬਰ ਬਣਾਵਾਂਗੇ। ਤੇ ਸੰਤ ਸਟੇਜ ਲੱਗ ਗਈ। 3500 ਤੋਂ 4000 ਦੇ ਵਿੱਚ ਬਰਨਾਲਾ ਤੋਂ ਸ਼੍ਰੀ ਗੁਰਦਾਸ ਚੌਂਕ ਤੋਂ ਯਾਤਰਾ ਲਿਆਂਦੀ, ਕੁਝ ਸੰਗਤ ਲੋਕਲ ਸੀ, ਉਹਦੇ ਵਿੱਚ ਫਿਰ ਸੰਤ ਸਰਵਦਾਸ ਜੀ ਮਹਾਰਾਜ ਵੱਲੋਂ ਸੰਤਾਂ ਦੀ ਪਗੜੀ ਰਸਮ ਕੀਤੀ ਗਈ, ਜਿਸ ਦਾ ਫਿਰ ਬਾਅਦ ਵਿੱਚ ਬਹੁਤ ਪ੍ਰਚਾਰ ਹੋਇਆ ਕਿ ਇਹ ਹੀਰਾ ਨੇ ਆਪਣੀ ਉੱਥੇ ਸੰਤ ਬਣਾਉਣ ਦੀ ਫੈਕਟਰੀ ਲਾ ਲਈ। ਬਹੁਤ ਵੀਡੀਓ ਦੇ ਵਿੱਚ ਆਇਆ ਸੀ, ਸ਼ਾਇਦ ਤੁਸੀਂ ਵੀ ਪੜ੍ਹਿਆ ਹੋਇਆ। ਉਹ ਸਾਡਾ ਮਕਸਦ ਇਹ ਸੀ ਕਿ ਅਸੀਂ ਕਿਸੇ ਨੂੰ ਕੋਈ ਸੰਤ ਦੀ ਡਿਗਰੀ ਨਹੀਂ ਦਿੱਤੀ ਸੀ, ਅਸੀਂ ਕਿਹਾ ਸੀ ਸੰਤ ਬਣ ਕੇ ਵਿਦਿਆਰਥੀ ਬਣ ਜਾਓ। ਜਿਸ ਤਰ੍ਹਾਂ ਇੱਕ ਬੱਚਾ ਸਕੂਲ ਦੇ ਵਿੱਚ ਜਾਂਦਾ, ਇੱਕ PhD ਕਰ ਰਿਹਾ ਹੁੰਦਾ, ਇੱਕ UKG ਵਿੱਚ ਹੁੰਦਾ, ਲੇਕਿਨ ਵਿਦਿਆਰਥੀ ਉਹ ਵੀ ਹੈ, ਵਿਦਿਆਰਥੀ ਉਹ ਵੀ ਹੈ। ਅਸੀਂ ਤਾਂ ਵਿਦਿਆਰਥੀ ਬਣਾਏ ਸੀ ਆਪਣੇ, ਔਰ ਫਿਰ ਸਾਨੂੰ ਵੀ ਮਜਬੂਰੀ ਹੋਈ ਕਿ ਸਾਨੂੰ ਕਹਿਣ ਲੱਗੇ ਜੇ ਤੁਸੀਂ ਪੱਗ ਨਹੀਂ ਬੰਨ੍ਹਦੇ ਤੇ ਅਸੀਂ ਵੀ ਸਾਰੇ ਲਾਉਣ ਲੱਗੇ, ਤੇ ਮਜਬੂਰੀ ਵਿੱਚ ਫਿਰ ਸਾਨੂੰ ਪਗੜੀ ਜਿਹੜੀ ਉਹ ਸਰਵਦਾਸ ਜੀ ਨੇ ਲਾਈ ਤੇ ਅਸੀਂ ਸੰਤ ਬਣੇ। ਸਾਡਾ ਬਹੁਤ ਜ਼ਿਆਦਾ ਵਿਰੋਧ ਹੋਇਆ, ਲੋਕਾਂ ਨੇ ਸੋਚਿਆ ਪਤਾ ਨਹੀਂ ਇਹ ਸੰਤ ਕਿਹੜੇ ਬਣ ਗਏ। ਅਸੀਂ ਬਾਰ-ਬਾਰ ਇਹੀ ਆਪ ਜੀ ਦੇ ਮੀਡੀਆ ਰਾਹੀਂ ਵੀ ਦੱਸਦੇ ਹਾਂ ਕਿ ਅਸੀਂ ਵਿਦਿਆਰਥੀ ਹਾਂ, ਅਸੀਂ ਸੰਤ ਬਣ ਕੇ ਸੰਤ ਨਹੀਂ ਬਣੇ, ਸੰਤਾਂ ਦੇ ਵਿੱਚ ਰਹਿ ਕੇ ਉਹ ਵਿੱਦਿਆ ਹਾਸਲ ਕਰਕੇ ਸੰਗਤਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਜਿਹੜੀ ਸਤਿਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਹੈ, ਜਿਹੜੀ ਸਤਿਗੁਰੂ ਕਬੀਰ ਮਹਾਰਾਜ ਦੀ ਵਿਚਾਰਧਾਰਾ ਹੈ, ਉਸ ਨੂੰ ਅੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲੈ ਕੇ ਗਏ ਆ। ਭਾਵੇਂ ਉਹ ਖੱਤਰੀ ਕੋਲ ਸੀਗੇ, ਪਰ ਉਹਨਾਂ ਨੇ ਇਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਗਏ, ਔਰ ਉਹ ਵਿਚਾਰਧਾਰਾ ਅੱਗੇ ਚੱਲਦੀ ਚੱਲਦੀ ਗੁਰੂ ਗੋਬਿੰਦ ਸਿੰਘ ਤੱਕ ਮਹਾਰਾਜ ਜੀ ਨੇ ਇਸ ਦਵੇ ਕੁਚਲੇ ਸਮਾਜ ਨੇ ਆਪਣਾ ਸਰਬੰਸ ਸਵਾਰ ਦਿੱਤਾ। ਉਹ ਵਿਚਾਰਧਾਰਾ ਸੰਤਾਂ ਦੀ ਬਹੁਤ ਵਧੀਆ ਸੰਤ ਸਤਿੰਦਰ ਹੀਰਾ ਜੀ। ਤੁਸੀਂ ਦੋਸਤੋ, ਇਹ ਸੰਤ ਸਤਿੰਦਰ ਹੀਰਾ ਜੀ ਨੇ ਅਸੀਂ ਇਹਨਾਂ ਨੂੰ ਸਵਾਲ ਕੀਤਾ ਸਰ ਵੀ ਤੁਸੀਂ ਇੱਕ ਗ੍ਰਸਤੀ ਜੀਵਨ ਤੋਂ ਲੈ ਕੇ ਸੰਤ ਜਿਹੜੇ ਇੱਥੇ ਤੱਕ ਪਹੁੰਚੇ ਹੋਗੇ, ਤੁਹਾਡਾ ਸਫ਼ਰ ਕਿਸ ਤਰ੍ਹਾਂ ਰਿਹਾ। ਬਹੁਤ ਹੀ ਤਫਸੀਲ ਦੇ ਨਾਲ ਇਹਨਾਂ ਨੇ ਆਪਣਾ ਸੰਤ ਸਮਾਜ ਦਾ ਸੰਤ ਰੂਪ ਜਿਹੜਾ ਧਾਰਨ ਕਰਨ ਦਾ ਦੱਸਿਆ, ਔਰ ਮੈਂ ਸਮਝਦਾ ਜਿਹੜੀ ਗੱਲਬਾਤ ਇਹਨਾਂ ਨੇ ਦੱਸੀ ਹੈ ਸਮਾਜ ਦਾ ਹਰ ਵਿਅਕਤੀ ਇਹਨੂੰ ਬਹੁਤ ਹੀ ਚੰਗੀ ਤਰ੍ਹਾਂ, ਬਹੁਤ ਹੀ ਸੋਝੇ ਤਰੀਕੇ ਨਾਲ ਸਮਝ ਸਕਦਾ ਹੈ, ਕਿਉਂਕਿ ਸੰਤ ਬਣ ਕੇ ਕੋਈ ਕਮਾਈ ਦਾ ਸਾਧਨ ਨਹੀਂ ਬਣਾਇਆ। ਇਹਨਾਂ ਨੇ ਸੰਤ ਦਾ ਇੱਕ ਡੈਫੀਨੇਸ਼ਨ ਜਿਹੜੀ ਦੱਸੀ ਹੈ ਵੀ ਸੰਤ ਇੱਕ ਵਿਦਿਆਰਥੀ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਆਪਣੇ ਧਰਮ ਦੀ ਗੱਲ ਕਰੇ, ਆਪਣੇ ਕਿਸੇ ਵੀ ਵਿਅਕਤੀ ਕਿਸੇ ਵੀ ਧਰਮ ਦਾ ਹੋਵੇ, ਇਹਨਾਂ ਨੇ ਉਹ ਪ੍ਰਪੱਕਤਾ ਕੀਤੀ ਹੈ। ਇਹ ਨਹੀਂ ਕਿ ਆਪਣੀ ਜਿਹੜਾ ਧਰਮ ਦਾ ਸਾਡੇ ਨਾਲ ਜੁੜੇ, ਉਹ ਆਪਣੇ ਜਿਸ ਵੀ ਧਰਮ ਦੇ ਵਿੱਚ ਉਹਦਾ ਪ੍ਰਪੱਕਤਾ ਦੇ ਨਾਲ ਆਪਣਾ ਕੰਮ ਕਰੇ ਤੇ ਉਹਦੇ ਨਾਲ ਮੰਨੇ ਤੇ ਆਪਣੀ ਜਿਹੜੀ ਸ਼ਰਧਾ ਕਿਸ ਤਰ੍ਹਾਂ ਵਿਅਕਤ ਕਰੇ। ਦੋਸਤੋ, ਹੁਣ ਅਸੀਂ ਇਹਨਾਂ ਨੇ ਗੱਲ ਕਰਾਂਗੇ ਸੰਤ ਸਮਾਜ ਜਿਹੜਾ ਇਹਨਾਂ ਨੇ ਆਹ ਧਰਮ ਸਮਾਜ, ਜਿਸ ਸਮਾਜ ਦੇ ਨਾਲ ਇਹ ਜੁੜੇ, ਜਿਸ ਸਮਾਜ ਲਈ ਇਹਨਾਂ ਨੇ ਸੰਤ ਰੂਪ ਧਾਰਨ ਕੀਤਾ, ਉਹ ਜਿਹੜਾ ਆਹ ਧਰਮ ਸਮਾਜ ਜਿਹੜਾ ਹੈ ਉਹ ਹੁਣ ਤੱਕ ਦੁਨੀਆ ਦੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੱਕ, ਵੱਖ-ਵੱਖ ਸਟੇਟਾਂ ਤੱਕ ਪਹੁੰਚਾ ਚੁੱਕਿਆ। ਅਸੀਂ ਗੱਲ ਕਰਦੇ ਹਾਂ ਇਹਨਾਂ ਤੋਂ ਕਿ ਹੁਣ ਤੱਕ ਕਿਹੜੀਆਂ ਜਿਹੜੀਆਂ ਸਟੇਟਾਂ ਤੱਕ ਜਾ ਚੁੱਕੇ ਤੇ ਉਹਨਾਂ ਨੂੰ ਕਿੰਨਾ ਕੁ ਆਪਣੀ ਇਸ ਯੋਜਨਾ ਦੇ ਵਿੱਚ, ਆਪਣੇ ਇਸ ਆਦੇਸ਼ ਦੇ ਵਿੱਚ ਤੁਸੀਂ ਸਫਲ ਹੋਏ ਸਰ। ਸਭ ਤੋਂ ਪਹਿਲਾਂ ਤਾਂ ਆਦਿ ਧਰਮ ਬਾਰੇ ਆਪਾਂ ਸੰਖੇਪ 'ਚ 1 ਮਿੰਟ ਵਿੱਚ ਕਲੀਅਰ ਕਰ ਦਈਏ ਜੀ, ਭਈ ਆਦਿ ਧਰਮ ਕੀ ਹੈ ਜੀ। ਆਦਿ ਧਰਮ ਤੋਂ ਭਾਵ ਹੈ ਭਗਵਾਨ ਵਾਲਮੀਕੀ ਜੀ ਦਾ ਵੀ ਜੇ ਫੋਟੋ ਦੇਖਦੇ ਹਾਂ ਤੇ ਉਹਨਾਂ ਹਮੇਸ਼ਾ ਲਿਖਿਆ ਹੁੰਦਾ, ਕਲਮ ਫੜੀ ਹੋਈ ਹੈ,
ਆਦਿ ਕੋ ਰੀਤ ਸਦਾ ਚਲਿਆਈ ਪ੍ਰਾਣ ਜਾਏ ਪਰ ਬਚਨ ਜੀ। ਨਹੀਂ। ਸਤਿਗੁਰੂ ਅਰਦਾਸ ਮਹਾਰਾਜ ਦੀ ਬਾਣੀ ਹੈ, ਆਦਿ ਸੇ ਪ੍ਰਗਟ ਬਿਆ ਬਿਆ ਨ ਜਾਕੋ ਅੰਤ, ਸਤ ਆਦਿ ਧਰਮ ਰਵਿਦਾਸ ਕਾ ਗੁਰਲਾ ਜਾਣੇ ਸਤ। ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਆ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਉਸੀ ਵੀ ਸੱਚ। ਆਦਿ ਤੋਂ ਭਾਵ ਹੈ ਕੁਦਰਤ ਦਾ ਧਰਮ। ਕੁਦਰਤ ਦਾ ਧਰਮ ਕੀ ਹੈ? ਇਹ ਸਾਰਿਆਂ ਨੂੰ ਬਰਾਬਰ ਮੰਨਦਾ ਹੈ ਔਰ ਸਾਰਿਆਂ ਨੂੰ ਬਰਾਬਰ ਦੀ ਆਪਣੀ ਸ਼ਕਤੀ ਪ੍ਰਦਾਨ ਕਰਦਾ। ਜਿਵੇਂ ਕਿ ਆਪਾਂ ਆਕਸੀਜਨ ਨੂੰ ਲੈ ਲਈਏ, ਆਕਸੀਜਨ ਜਦੋਂ ਵੀ ਮਿਲਦੀ ਹੈ ਜਾਂ ਹਰੇਕ ਵਿਅਕਤੀ ਨੂੰ ਮਿਲਦੀ ਹੈ, ਭਾਵੇਂ ਉਹ ਮੇਲ ਹੈ ਭਾਵੇਂ ਫੀਮੇਲ ਹੈ, ਭਾਵੇਂ ਬਲੈਕ ਹੈ ਭਾਵੇਂ ਗੋਰਾ ਹੈ, ਭਾਵੇਂ ਕਾਲਾ ਹੈ, ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ, ਭਾਵੇਂ ਭਾਰਤ ਵਿੱਚ ਬੈਠਾ ਹੈ ਭਾਵੇਂ ਪਾਕਿਸਤਾਨ ਦੇ ਬਾਰਡਰ ਤੋਂ ਪਰੇ ਹੈ, ਸਾਰਿਆਂ ਨੂੰ ਆਕਸੀਜਨ ਬਰਾਬਰ ਮਿਲ ਰਹੀ ਹੈ। ਇਹ ਕੁਦਰਤ ਦਾ ਧਰਮ ਹੈ, ਇਹ ਆਦਿ ਧਰਮ ਹੈ। ਸ਼ਾਂਤੀ ਗੱਲ, ਚੰਦਰਮਾ ਠੰਡਕ ਦਿੰਦਾ ਵੀ ਸਾਰੇ ਨੂੰ ਬਰਾਬਰ ਦਿੰਦਾ। ਇਹ ਸਾਰੇ ਕੁਦਰਤ ਦੇ ਨਿਯਮ ਹੈ, ਕੁਦਰਤ ਦਾ ਧਰਮ ਹੈ, ਜਿਸ ਦੇ ਵਿੱਚ ਕੋਈ ਛੂਆ-ਛਾਤ ਨਹੀਂ, ਸਾਰੇ ਬਰਾਬਰ ਹੈ। ਔਰ ਦੂਸਰਾ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਦਿ ਧਰਮ ਦੇ ਵਿੱਚ ਜਿਸ ਤਰ੍ਹਾਂ ਦਾ ਮਨੁੱਖ ਪੈਦਾ ਹੋਇਆ, ਉਸ ਮਨੁੱਖ ਨੇ ਆਦਿ ਨੇ ਕੋਈ ਨਵਾਂ ਜਨਮ ਨਹੀਂ ਲਿਆ। ਜਿਵੇਂ ਆਪਾਂ ਕਿਸ ਤਰ੍ਹਾਂ ਕਹਿੰਦੇ ਹਾਂ, ਜਿਵੇਂ ਆਪਾਂ ਪੰਜਾਬ ਵਿੱਚ ਵਸਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਹਾਂ, ਅਸੀਂ ਉਸ ਦਾ ਸਾਰੀ ਤੋਂ ਭਾਵ ਹੈ 99% ਅਸੀਂ ਜਿਹੜਾ ਚਾਨਣਾ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਲੈਂਦੇ ਹਾਂ, ਉੱਥੋਂ ਸੇਧ ਲੈਂਦੇ ਹਾਂ, ਕਿਉਂਕਿ ਗੁਰਬਾਣੀ ਉਸੇ ਵਿੱਚ ਹੈ, ਸਰਵਉੱਚ ਗ੍ਰੰਥ ਹੈ ਅੱਜ ਦੇ ਦਿਨ। ਉਸ ਗ੍ਰੰਥ ਦੇ ਵਿੱਚੋਂ ਬਾਣੀ ਲੈਣ ਨਾਲ ਜੋ ਸੱਚਾਈ ਹੈ, ਜੋ ਉਸ ਗ੍ਰੰਥ ਤੋਂ ਪਹਿਲਾਂ ਦਾ ਧਰਮ ਹੈ, ਭਾਵੇਂ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਲ ਕਰੀਏ, ਭਾਵੇਂ ਆਪਾਂ 9 ਪਾਤਸ਼ਾਹੀਆਂ ਦੀ ਗੱਲ ਕਰੀਏ, ਉਹਨਾਂ ਸਾਰਿਆਂ ਨੇ ਕੁਦਰਤ ਦੇ ਧਰਮ ਦੀ ਗੱਲ ਕੀਤੀ। ਕੁਦਰਤ ਦਾ ਧਰਮ ਤੋਂ ਭਾਵ ਹੈ ਅਸੀਂ ਪੈਦਾ ਹੋਏ ਜੀ, ਸਾਡਾ ਇਹ ਜਨਮ ਹੈ। ਲੇਕਿਨ ਜੇਕਰ ਅਸੀਂ ਇਸਲਾਮ ਵਾਲਿਆਂ ਨੂੰ ਦੇਖੀਏ ਤਾਂ ਉਹ ਦੂਜੇ ਜਨਮ ਦੀ ਗੱਲ ਕਰਦੇ ਹੈ। ਪਹਿਲਾਂ ਬੱਚਾ ਪੈਦਾ ਹੁੰਦਾ, ਫਿਰ ਜਦੋਂ ਉਹਦੇ ਜਦੋਂ ਫਿਰ ਉਹਦੀ ਸੁਨਤ ਹੁੰਦੀ ਹੈ, ਉਸ ਦਿਨ ਕਹਿੰਦੇ ਵੀ ਅੱਜ ਤੋਂ ਪ੍ਰਵੇਸ਼ ਕੀਤਾ, ਪਰਮੇਸ਼ਰ ਮਨਾ। ਇਸੇ ਤਰ੍ਹਾਂ ਜਿਸ ਨੂੰ ਸੋ ਕਾਲਡ ਪੰਜਾਬ ਦੇ ਵਿੱਚ ਹਿੰਦੂ ਧਰਮ ਕਿਹਾ ਜਾਂਦਾ ਹੈ, ਇੱਕ ਵਾਰ ਉਹ ਪੈਦਾ ਹੁੰਦਾ, ਦੂਸਰਾ ਜਨਮ ਉਹਦਾ ਉਸ ਦਿਨ ਹੁੰਦਾ ਜਦੋਂ ਉਹ ਜੀਰੇ ਰੂਪਨ ਹੁੰਦੇ ਆ, ਕਹਿੰਦੇ ਅੱਜ ਤੇਰਾ ਜਨਮ ਹੋ ਗਿਆ। ਅੱਜ ਅਸੀਂ ਪੰਜਾਬ ਦੀ ਗੱਲ ਕਰੀਏ, ਸਤਿਕਾਰਯੋਗ ਧਰਮ ਹੈ, ਸਿੱਖ ਧਰਮ ਹੈ, ਉਹ ਵੀ ਇੱਕ ਵਾਰ ਬੱਚਾ ਪੈਦਾ ਹੁੰਦਾ, ਜਿਸ ਦਿਨ ਉਹ ਅੰਮ੍ਰਿਤ ਛਕਦਾ, ਉਹਨੂੰ ਕਹਿੰਦੇ ਅੱਜ ਤੇਰਾ ਭਾਈ ਜਨਮ ਹੋਇਆ ਔਰ ਅੱਜ ਤੇਰੇ ਪਿਤਾ ਜੀ ਦਾ ਨਾਮ ਇਹ ਹੈ, ਮਾਤਾ ਜੀ ਦਾ ਨਾਮ ਇਹ। ਲੇਕਿਨ ਆਦਿ ਧਰਮ ਜਿਹੜਾ ਚੱਲਿਆ ਆ ਰਿਹਾ ਮੁੱਢ ਕਦੀਮ ਤੋਂ, ਉਹ ਹੈ ਆਦਿ ਧਰਮ। ਉਸ ਆਦਿ ਧਰਮ ਦੀ ਆਪਾਂ ਗੱਲ ਕਰ ਰਹੇ ਹਾਂ। ਔਰ ਜਿਹੜੀ ਗੱਲ ਰਹੀ ਉਹ ਕਿੱਥੇ ਤੱਕ ਪਹੁੰਚਿਆ, ਅੱਜ ਤੋਂ ਜੇਕਰ ਤੁਸੀਂ ਗੂਗਲ ਤੇ ਜਾਓ ਤੇ ਆਦਿ ਧਰਮ ਸਦੀਆਂ ਤੋਂ ਪਹਿਲਾਂ, 1000 ਸਾਲਾਂ ਪਹਿਲਾਂ ਚੱਲਿਆ ਆ ਰਿਹਾ। ਲੇਕਿਨ ਉਹ ਮੰਗੂ ਰਾਮ ਮੋਗਵਾਲੀਆ ਜੀ ਨੇ 1926 ਦੇ ਵਿੱਚ 11-12 ਜੂਨ ਨੂੰ ਇਸ ਇੱਕ ਪੂਰੇ ਪੰਜਾਬ ਦੀ, ਜਿਸ ਦੇ ਵਿੱਚ ਹਿਮਾਚਲ ਵੀ ਸਾਰਾ ਆਉਂਦਾ, ਪੁਰਾਣਾ ਪੰਜਾਬ ਭਾਵ ਕੇ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਪਾਕਿਸਤਾਨ, ਇਹ ਸਾਰਾ ਇਕੱਠਾ ਹੋ ਕੇ ਇੱਕ ਪੰਜਾਬ ਸੀ। ਇੱਕ ਵੱਡੀ ਕਾਨਫਰੰਸ ਕੀਤੀ ਮੋਗੋਵਾਲ ਪਿੰਡ ਦੇ ਵਿੱਚ, ਮਾਲਪੁਰ ਦੇ ਨੇੜੇ, ਔਰ ਉੱਥੇ ਉਹਨਾਂ ਨੇ ਇਹ ਇੱਕ ਜਕਾਰਾ ਦਿੱਤਾ, ਬੋਲੇ ਸੋ ਨ ਰੁਪਏ ਸਤਿਗੁਰੂ ਅਰਦਾਸ ਮਹਾਰਾਜ ਜੀ ਹੈ। ਭਾਈ ਜਿਹੜੇ ਨਹੀਂ ਡਰਦੇ ਲੋਕਾਂ ਤੋਂ, ਜਿਹੜੇ ਸਤਾਉਂਦੇ ਹੈ, ਜਿਹੜੇ ਅਤਿਆਚਾਰ ਕਰਦੇ ਹੈ, ਉਹ ਗੁਰਦਾਸ ਜੈ ਗੁਰੂ ਕੀ ਤਰ੍ਹਾਂ ਬੋਲੇ ਸੋ ਨ ਰੁਪਏ ਭਗਵਾਨ ਵਾਲਮੀਕ ਇੱਧਰ ਇਕੱਠੇ ਕਰ ਲਏ ਸਾਰੇ, ਔਰ ਸੰਬੋਧਨ ਕਰਤਾ ਜੈ ਗੁਰਦੇਵ ਧੰਨ ਗੁਰਦੇਵ, ਤੇ ਨਿਸ਼ਾਨ ਰੱਖਿਆ ਸੋ। ਉਸ ਚੀਜ਼ ਨੂੰ ਅੱਗੇ ਲੈ ਕੇ ਚੱਲੇ ਬਾਊ ਮੰਗੂ ਰਾਮ ਮੋਗਵਾਲੀਆ ਜੀ, ਔਰ ਉਸ ਤੋਂ ਉਪਰੰਤ ਉਹਨਾਂ ਨੇ ਧਰਮ ਦੇ ਦਿੱਤਾ ਆਦਿ ਧਰਮ, ਜਿਹੜਾ ਕਿ ਪਹਿਲਾਂ ਤੋਂ ਹੀ ਚੱਲਿਆ ਹੋਇਆ ਸੀ। ਜੇ ਅਸੀਂ ਗੂਗਲ ਵਿੱਚ ਜਾਂਦੇ ਹਾਂ ਜਾਂ ਅਸੀਂ ਦੂਸਰੀਆਂ ਸਟੇਟਾਂ ਜਾਂਦੇ ਹਾਂ ਤੇ ਆਦਿ ਧਰਮ ਉੱਤੇ ਪਹਿਲਾਂ ਤੋਂ ਆਪਣੇ ਕੋਲ ਸਿਲੇਬਸ ਹੈ, ਆਪਣੇ ਕੋਲ ਲਿਟਰੇਚਰ ਹਿਸਟਰੀ। ਲੇਕਿਨ ਉਹ ਮੰਗੂ ਰਾਮ ਨੇ ਜਦੋਂ ਇਹ ਚਲਾਇਆ, ਉਸ ਤੋਂ ਬਾਅਦ ਸਾਡੇ ਕੋਲ ਕਮੀ ਸੀ ਕਿ ਸਾਡੇ ਕੋਲ ਧਾਰਮਿਕ ਸਥਾਨ ਨਹੀਂ ਹੈ। ਫਿਰ ਬਾਬਾ ਬੰਤਾ ਰਾਮ ਘੇੜਾ ਜੀ ਆਏ ਜੀ। ਬਾਬਾ ਬੰਤਾ ਰਾਮ ਘੇੜਾ ਜੀ ਨੇ 1970 ਦੇ ਵਿੱਚ ਸੰਸਥਾ ਰਜਿਸਟਰ ਕਰਾ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ। ਲੇਕਿਨ ਪਹਿਲਾਂ ਰਜਿਸਟਰ ਕਰਾਉਣ ਤੋਂ 1964 ਦੇ ਵਿੱਚ, ਮਈ 1964 ਦੇ ਵਿੱਚ ਕਾਸ਼ੀ ਸੀਰ ਪਰਤਪੁਰ ਦੇ ਵਿੱਚ ਜਨਮ ਸਥਾਨ ਗੁਰਦਾਸ ਮਹਾਰਾਜ ਦਾ ਲੱਭਿਆ। ਔਰ ਉਸ ਨੂੰ ਅੱਜ ਵੀ ਸਰਕਾਰ ਜਿਹੜੀ ਹੈ, ਉੱਥੇ ਜੋ ਸ਼ੋਭਾ ਯਾਤਰਾ ਨਿਕਲਦੀ ਸਰਕਾਰੀ ਤੌਰ ਤੇ, ਉਹ ਪਰਮਿਸ਼ਨ ਆਲ ਇੰਡੀਆ ਆਦਿ ਧਰਮ ਮਿਸ਼ਨ। ਔਰ ਅੱਜ ਜੋ ਪਰਮਿਸ਼ਨ ਪਿਛਲੇ ਸਾਲ ਤੱਕ ਮਿਲੀ ਹੈ, 1964 ਤੋਂ ਲੈ ਕੇ 2020 ਤੱਕ ਜਾਂ 2019 ਤੱਕ, ਉਹ ਪਰਮਿਸ਼ਨ ਜਿਹੜੀ ਹੈ ਸੰਤ ਲਾਲ ਦਾਸ ਜੀ ਪਿਆਰਾ ਹੈ ਤੁਹਾਡੇ ਹੁਸ਼ਿਆਰਪੁਰ ਦੇ ਵਿੱਚ, ਉਹਦੇ ਨਾਂ ਤੇ ਜੋ ਸਾਡੇ ਆਦਿ ਧਰਮ ਦੇ ਉਹਨਾਂ ਨੂੰ ਅਸੀਂ ਸੰਤ ਸਮਾਜ ਬਣਾਇਆ, ਉਹਨਾਂ ਦੇ ਨਾਂ ਤੇ। ਸੋ ਇਹ ਹੈ ਇਤਿਹਾਸ ਕਿ ਇਹ ਹੈ ਰਿਟਨ ਦੇ ਵਿੱਚ ਆ ਰਿਹਾ। ਲੇਕਿਨ ਜਿਹੜੀਆਂ ਖੋਜਾਂ ਹੈ ਬਾਬਾ ਬੰਤਾ ਰਾਮ ਘੇੜਾ ਜੀ ਕਰ ਗਏ, ਔਰ ਕੁਝ ਅਧੀਨ ਸਨ, ਉਹਨਾਂ ਦੇ ਵਿੱਚੋਂ ਕੰਨਿਆ ਕੁਮਾਰੀ ਦੇ ਕੋਲ ਲੈਂਡ ਆਫ ਅਲੋਰਾ, ਉਸ ਦੀ ਖੋਜ ਕੀਤੀ ਗਈ। ਇਸੇ ਤਰ੍ਹਾਂ ਬਿਹਾਰ ਤੇ ਝਾਰਖੰਡ ਦਾ ਬਾਰਡਰ ਪੈਂਦਾ, ਸੱਚਖੰਡ ਲੋਧੀ ਜ਼ਿਲ੍ਹਾ ਬਾਂਕਾ ਤਹਿਸੀਲ ਚਾਂਦਲ ਦੇ ਵਿੱਚ, ਉਸ ਸਥਾਨ ਦੀ ਖੋਜ ਕੀਤੀ ਗਈ। ਉੱਥੇ 2 ਕਿੱਲੇ ਜ਼ਮੀਨ ਗੁਰਦਾਸ ਮਹਾਰਾਜ ਦੇ ਨਾਂ ਤੇ, ਉਹ ਜਿਹਦੀ ਸੀਗੀ ਬੀਬੀ ਰੋਸ਼ਨੀ ਜੀ, ਉਹਨੇ ਆਪਾਂ ਨੂੰ ਰਜਿਸਟਰੀ ਕਰਾ
ਇਸੇ ਤਰ੍ਹਾਂ ਸੱਚਖੰਡ ਕਈ ਸਥਾਨ ਹੈ ਜਿਹੜੇ ਹੋਂਦ ਵਿੱਚ ਆ ਗਏ। ਇਸ ਤਰ੍ਹਾਂ ਟੁੰਡੀ ਸਾਹਿਬ ਹੈ ਮੱਧ ਪ੍ਰਦੇਸ਼ ਦੇ ਵਿੱਚ, ਉਹਦੀ ਖੋਜ ਕੀਤੀ ਹੈ। ਹੁਣ ਇੱਕ ਹੋਰ ਵੱਡੀ ਖੋਜ ਹੈ ਜਿਹੜੀ ਉਹ ਹੁਣ ਜਾ ਰਹੀ ਹੈ, ਉਹਦੇ 'ਤੇ ਪਿਛਲੇ 5 ਸਾਲ ਤੋਂ ਵਰਕ ਹੋ ਰਿਹਾ ਔਰ ਕੋਰੋਨਾ ਕਰਕੇ ਹੋ ਗਿਆ। ਜਿਵੇਂ ਹੀ ਸੰਤ ਸਮਾਜ ਅਤੇ ਬੁੱਧੀਜੀਵੀ ਜਾਣਗੇ ਉੱਥੇ ਅਥੈਂਟੀਕੇਸ਼ਨ ਹੋਏਗੀ ਤਾਂ ਉਹ ਵੀ ਆਪਦੇ ਬਾਬਾ ਜੀ ਬਹੁਤ ਵਧੀਆ ਗੱਲਬਾਤ ਕੀਤੀ ਆ। ਅਸੀਂ ਕੋਸ਼ਿਸ਼ ਸਾਡੀ ਇਹ ਸੀਗੀ ਵੀ ਅਸੀਂ ਗੱਲ ਕਰੀਏ। ਬਹੁਤ ਵਧੀਆ, ਬਹੁਤ ਹੀ ਜਿਹੜੀ ਜਾਣਕਾਰੀ ਤੁਸੀਂ ਗੱਲ ਕੀਤੀ ਹੈ। ਔਨ ਦਾ ਰਿਕਾਰਡ ਹੋਈ ਇਹ ਗੱਲ, ਕਿਵੇਂ ਇਸ ਜਿਹੜੀ ਆਦ ਧਰਮ ਜਿਹੜਾ ਧਰਮ ਸਮਾਜ ਦੀ ਤੁਸੀਂ ਗੱਲ ਕੀਤੀ ਸੀ, ਤਾਂ ਆਦ ਦਾ ਮਤਲਬ ਹੀ ਰੱਬ ਤੋਂ ਆ ਅਤੇ ਉਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਵਾਂ ਨਹੀਂ। ਬਾਬੂ ਮੰਗੂ ਰਾਮ ਜੀ ਮੁੱਖੋਵਾਲੀਆ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਨਾਲ ਪੂਰੇ ਪੰਜਾਬ ਦੀ ਸ਼ਾਨ ਸੀਗੀ ਉਸ ਸਮੇਂ, ਜਦੋਂ ਲੋਕਾਂ ਨੂੰ ਪਤਾ ਨਹੀਂ ਸੀ ਹੁੰਦਾ ਵੀ ਸਾਡੇ ਲੋਕਾਂ ਦੇ ਵਿੱਚ ਉਹ ਪੰਚ ਹੈ, ਅਤੇ ਉਸ ਸਮੇਂ ਉਹਨਾਂ ਦੀ ਇੱਕ ਸ਼ਖਸੀਅਤ ਸੀਗੀ, ਉਹਨਾਂ ਦਾ ਵੀ ਤੁਸੀਂ ਜ਼ਿਕਰ ਕੀਤਾ। ਇਹ ਵੀ ਇੱਕ ਲੋਕਾਂ ਦੇ ਵਿੱਚ ਬਹੁਤ ਵਧੀਆ ਗੱਲ ਹੈ। ਦੂਸਰੀ, ਤੁਸੀਂ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਉੱਥੇ ਜਿਹੜੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਦੇ ਨਾਲ ਜਿਹੜੀਆਂ ਸੰਬੰਧਿਤ ਜਿਹੜੀਆਂ ਥਾਵਾਂ ਸੀਗੀਆਂ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਥਾਨ ਸੀਗਾ, ਉਹਨਾਂ ਨੂੰ ਵੀ ਤੁਸੀਂ ਇੱਕ ਲੱਭਣ ਦੀ ਕੋਸ਼ਿਸ਼ ਕੀਤੀ ਉੱਥੋਂ ਦੇ। ਅਤੇ ਇਹ ਨਾਲ ਦੀ ਨਾਲ ਇਹ ਵੀ ਇੱਕ ਜ਼ਿਕਰ, ਜਿਵੇਂ ਤੁਸੀਂ ਹੋਰ ਸਟੇਟਾਂ ਦੇ ਵਿੱਚ ਜਾਂਦੇ ਹੋ, ਮੇਰਾ ਜਿਹੜਾ ਗੱਲ ਸਵਾਲ ਸੀਗਾ ਵੀ ਉਸ ਤਰ੍ਹਾਂ ਜਦੋਂ ਤੁਸੀਂ ਇਸ ਪ੍ਰਚਾਰ ਪ੍ਰਸਾਰ ਹਿੱਤ ਜਾਂਦੇ ਹੋ, ਲੋਕਾਂ ਦੇ ਵਿੱਚ ਅਪਰੋਚ ਕਰਦੇ ਹੋ, ਕਿਉਂਕਿ ਉੱਥੇ ਦੇ ਲੋਕ ਜਿਵੇਂ ਲੋਕਾਂ ਨੇ ਸਾਡੇ ਆਦੀਵਾਸੀ ਆ ਜੀ, ਉਹ ਸਮਝਦੇ ਨਹੀਂ, ਸਾਡੀ ਲੈਂਗੁਏਜ ਨਹੀਂ ਸਮਝਦੇ, ਸਾਨੂੰ ਬਹੁਤ ਸਾਰੇ ਆ। ਮੈਂ ਬਹੁਤ ਸਾਰਾ ਅਕਸਰ ਤੁਹਾਡੀ ਜਿਹੜੀ ਫੀਡਬੈਕ ਆਉਂਦੀ ਹੈ ਉਹਦੇ ਵਿੱਚ ਦੇਖਦਾ ਹਾਂ, ਬਹੁਤ ਸਾਰੇ ਲੋਕਾਂ ਨਾਲ ਮਿਲਦੇ ਆ। ਕਦੀ ਇਹੋ ਜਿਹੀ ਦਿੱਕਤ ਤਾਂ ਨਹੀਂ ਆਈ ਵੀ ਜਿਵੇਂ ਸਾਡੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਨੂੰ ਨਾਲ ਲੈ ਕੇ ਤੁਸੀਂ ਪ੍ਰਚਾਰ ਦੇ ਨਾਲ ਜਾਂਦੇ ਹੋ, ਲੋਕਾਂ ਦੇ ਵਿੱਚ ਉੱਥੇ ਆਦਾ ਦੂਸਰੇ ਲੋਕ ਜਿਹੜੇ ਆ ਉਹ ਕਿਸੇ ਤਰ੍ਹਾਂ ਦੀ ਕੋਈ ਗੱਲ ਕਰਦੇ ਜਾਂ ਤੁਹਾਨੂੰ ਸਵਾਲਾਤ ਪੁੱਛਦੇ ਆ ਕਿ ਭਾਈ ਤੁਸੀਂ ਇੱਥੇ ਕਿਸ ਤਰ੍ਹਾਂ ਪੁੱਛਦੇ ਹੋ ਜਾਂ ਕੀ ਕਾਰਨ, ਇਹੋ ਜਿਹੀ ਕੋਈ ਗੱਲਬਾਤ? ਇਸ ਤਰ੍ਹਾਂ ਕਿ ਸਾਡੇ ਕੋਲ ਅਥੈਂਟੀਕੇਸ਼ਨ ਜੀ ਹੁੰਦੀ ਹੈ ਕਿ ਇਹ ਸਥਾਨ ਹੈ, ਅਤੇ ਅਸੀਂ ਕਹਿ ਦਿੰਦੇ ਹਾਂ ਸਾਰੇ ਬੁੱਧੀਜੀਵੀ ਨਾਲ ਲੈ ਕੇ, ਉਹਦੇ ਵਿੱਚ ਪ੍ਰੋਫੈਸਰ ਵੀ ਹੁੰਦੇ ਆ, ਸੰਤ ਵੀ ਹੁੰਦੇ ਆ ਔਰ ਪੁਰਾਣੇ ਬਜ਼ੁਰਗ ਵੀ ਹੁੰਦੇ ਆ। ਜਿਸ ਤਰ੍ਹਾਂ ਕਿ ਇਹ ਪਿੰਡ ਹੈ 3 ਕਿਲੋਮੀਟਰ 'ਤੇ, ਉੱਥੇ ਖੁਰਾਲੀ ਦੇ ਜੀ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਇਸ ਏਰੀਏ ਦਾ ਨਾਮ ਪੈ ਗਿਆ, ਉੱਥੇ ਦੀ ਵੀ ਖੋਜ ਬਾਬਾ ਮੰਤਰਮ ਭੇੜਾ ਨੇ ਕੀਤੀ ਹੈ। ਸੋ ਕਹਿਣ ਤੋਂ ਮੇਰਾ ਭਾਵ ਹੈ ਕਿ ਸਾਨੂੰ ਕਿਸੇ ਨੇ ਵੀ ਦੂਸਰੀ ਅਦਰ ਕਾਸਟ ਨੇ ਸਾਨੂੰ ਕਦੇ ਕਿਸੇ ਨੇ ਚੈਲੰਜ ਨਹੀਂ ਕੀਤਾ। ਅਤੇ ਜੇਕਰ ਖੋਜਾਂ ਦੀ ਗੱਲ ਕਰੀਏ ਤਾਂ ਸਾਨੂੰ ਖੋਜਾਂ ਵਾਸਤੇ ਵੀ ਕਿਸੇ ਨੇ ਨਹੀਂ ਕਿਹਾ ਕਿ ਇਹ ਸਥਾਨ ਜਿਹੜਾ ਇੱਥੇ ਕੁਝ ਨਹੀਂ ਹੈ। ਇਸ ਸਥਾਨ 'ਤੇ 1984 ਦੇ ਵਿੱਚ ਖੋਜ ਹੋਈ ਸੀ। 1984-83 ਦੇ ਵਿੱਚ ਖੋਜ ਹੋਣ ਉਪਰੰਤ 2009 'ਚ ਆਪਾਂ ਆਏ ਹਾਂ, ਅਤੇ ਜਿਹੜੇ ਕੁਝ ਲੋਕ ਜਿਹੜੇ ਆ ਉਹ ਸਮਝਦੇ ਕਿ ਜੇਕਰ ਗੁਰਦਾਸ ਮਹਾਰਾਜ ਦੇ ਸਥਾਨ ਬਣਨਗੇ ਤਾਂ ਸ਼ਾਇਦ ਸਾਡੀ ਇੰਪੋਰਟੈਂਸ ਘੱਟ ਜਾਵੇ। ਉਹ ਲੋਕ ਤਵੱਜੋ ਨਹੀਂ ਦਿੰਦੇ, ਸੰਗਤਾਂ ਨੂੰ ਗੁੰਮਰਾਹ ਕਰਦੇ ਆ। ਲੇਕਿਨ ਜਦੋਂ ਇੱਥੇ ਸੰਤ ਸਮਾਜ ਦਾ ਇੱਕ ਆਗਾਜ਼ ਹੋ ਗਿਆ, ਸੰਤ ਆ ਗਏ ਔਰ ਪ੍ਰਚਾਰਕ ਆ ਗਏ, ਇਹਨਾਂ ਨੇ ਦੇਸ਼ ਵਿਦੇਸ਼ ਜਾ ਕੇ ਪ੍ਰਚਾਰ ਕੀਤਾ, ਅਤੇ ਅੱਜ ਆਪ ਦੇਖ ਰਹੇ ਹੋ ਸੰਗਤਾਂ ਦਾ ਹਾਲ ਆ ਰਿਹਾ। ਪੈਸੇ ਦੀ ਕੋਈ ਕਮੀ ਨਹੀਂ ਔਰ ਸੰਗਤਾਂ ਦੀ ਕੋਈ ਕਮੀ ਨਹੀਂ, ਪ੍ਰਚਾਰਕਾਂ ਦੀ ਕੋਈ ਕਮੀ ਨਹੀਂ। ਹੁਣ ਸਾਰੇ ਹੀ ਲਗਭਗ ਇਹਦੇ ਨਾਲ ਸਹਿਮਤ ਹੋ ਗਏ ਹੈ ਔਰ ਇਸ ਸਥਾਨ ਵਾਸਤੇ PhD ਡਾਕਟਰਾਂ ਦਾ ਇੱਕ ਇੱਥੇ ਕਾਨਫਰੰਸ ਕਹਿ ਲਓ ਜਾਂ ਇੱਕ ਸੰਮੇਲਨ ਕਹਿ ਲਓ ਕਰਵਾਇਆ ਗਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਪਰਚੇ ਪੜ੍ਹੇ ਸੀ। ਤੇ ਪਰਚੇ ਪੜ੍ਹ ਕੇ ਫਿਰ ਇੱਕ ਕਿਤਾਬ ਬਣਾਈ ਸੀ, ਅਤੇ ਕਿਤਾਬ ਬਣਨ ਤੋਂ ਬਾਅਦ ਪੰਜਾਬ ਗੌਰਮੈਂਟ ਨੇ ਖੁਰਾਲੀ ਨੂੰ, ਇਸ ਏਰੀਏ ਨੂੰ ਸ਼੍ਰੀ ਲਾ ਕੇ ਖੁਰਾਲਗੜ੍ਹ ਸਾਹਿਬ ਨਾਂ ਦਿੱਤਾ ਔਰ 110 ਕਰੋੜ ਵਾਸਤੇ ਉਹਨਾਂ ਨੇ ਅਲਾਟਮੈਂਟ ਕੀਤੀ ਕਿ ਇੱਥੇ ਮੀਨਾਰੇ ਬੇਗਮਪੁਰਾ ਬਣੇਗਾ। ਔਰ ਸਾਨੂੰ ਪੁੱਛਿਆ ਕਿ ਗੁਰਦਾਸ ਦਾ ਉਮਰ ਕਿੰਨੀ ਹੈ, ਇਸ ਕੇ 155 ਸਾਲ ਕੁਝ ਫੁੱਟ ਹੈ, ਅਤੇ ਉਹਨਾਂ ਨੇ ਕਿਹਾ ਅਸੀਂ 155 ਫੁੱਟ ਉੱਚਾਈ ਜਿਹੜਾ ਮੀਨਾਰ ਬਣਾਵਾਂਗੇ। ਸੋ ਇਹ ਜੋ ਇੱਥੋਂ ਦਾ ਇਤਿਹਾਸ ਹੈ ਇਹ ਮੀਰਾ ਬਾਈ ਦੇ ਨਾਲ ਰਿਲੇਟਡ ਹੈ ਔਰ ਰਾਜਾ ਬੈਨ ਦੇ ਨਾਲ ਰਿਲੇਟਡ ਹੈ, ਔਰ ਇਹ ਅੱਜ ਇਤਿਹਾਸ ਅਥੈਂਟੀਕੇਟ ਹੋ ਚੁੱਕਾ। ਇਸ ਕਰਕੇ ਹੁਣ ਨਹੀਂ ਕੋਈ ਬਹੁਤ ਬਹੁਤ ਧੰਨਵਾਦ ਦੋਸਤੋ। ਇਹ ਸਨ ਸੰਤ ਸਤਵਿੰਦਰ ਸਿੰਘ ਹੀਰਾ, ਮੁਖੀ ਜਿਹੜੇ ਆ ਇੱਥੇ ਸ਼੍ਰੀ ਚਰਨ ਮੰਗਾ ਸ਼੍ਰੀ ਫਤਿਹਗੜ੍ਹ ਸਾਹਿਬ। ਅਤੇ ਬਾਬਾ ਜੀ ਕੋਈ ਹੋਰ ਤੁਹਾਡੇ ਜੀ ਕੈਰੀ ਔਨ ਪਲੀਜ਼। ਸਾਡੇ ਇੱਕ ਸੰਸਥਾ ਦਾ ਦੱਸ ਦਈਏ ਜੀ ਕਿ ਜਿੱਥੇ ਜਿੱਥੇ ਵੀ ਇਤਿਹਾਸਕ ਸਥਾਨ ਹੈ ਉੱਥੋਂ ਦੀ ਲੋਕਲ ਪ੍ਰਬੰਧਕ ਕਮੇਟੀ ਬਣਾਈ ਜਾਂਦੀ ਹੈ, ਔਰ ਅਸੀਂ ਜਿਹੜੇ ਮਿਸ਼ਨ ਹੈ ਉਹ ਆਲ ਇੰਡੀਆ ਆਦਿ ਮਿਸ਼ਨ ਰਜਿਸਟਰਡ ਭਾਰਤ ਤੇ ਨਹੀਂ, ਪੂਰੀ ਦੁਨੀਆ ਦੇ ਪੱਧਰ 'ਤੇ ਜੀ ਸਾਨੂੰ ਜਿਹੜੀ ਸੇਵਾ ਮਿਲੀ ਹੈ ਉਹ ਰਾਸ਼ਟਰੀ ਪੱਧਰ 'ਤੇ ਹੈ। ਕੌਮੀ ਪ੍ਰਧਾਨ ਹੈ, ਸੇਵਾਦਾਰ ਹੈ, ਮੁੱਖ ਸੇਵਾਦਾਰ ਹੈ, ਬਲਕਿ ਗੁਰੂ ਮਹਾਰਾਜ ਦੇ ਦਰਬਾਰ ਦੇ ਝਾੜੂ ਕਰਦਾਰ ਹੈ। ਲੇਕਿਨ ਇੱਥੇ ਦੀ ਜਿਹੜੀ ਕਮੇਟੀ ਹੈ ਉਹ ਕਮੇਟੀ ਦੇ ਵਿੱਚ ਸਾਡੇ ਕੋਲ DO ਹੈ ਸਾਬਕਾ ਸ਼੍ਰੀ ਜੀਤਨ ਜੀ ਖਾਨ, ਉਹ ਚੇਅਰਮੈਨ ਹੈ, ਔਰ ਉਸ ਤੋਂ ਬਾਅਦ ਪ੍ਰਧਾਨ ਸੰਤ ਸਤਿੰਦਰ ਜੀ ਹੈ, ਉਸ ਤੋਂ ਬਾਅਦ ਵਾਈਸ ਚੇਅਰਮੈਨ ਜਿਹੜੇ ਹੈਗੇ ਹੈ ਉਹ ਸ਼੍ਰੀਮਾਨ ਨਾਜਰਾਮ ਜੀ ਮਾਨ, ਉਹ ਵੀ ਸਾਬਕਾ DO ਹੈ। ਉਸ ਤੋਂ ਬਾਅਦ ਵਾਈਸ ਜਿਹੜੇ ਹੈਗੇ ਆ ਪ੍ਰਧਾਨ ਉਹ ਰਿਟਾਇਰਡ ਪ੍ਰਿੰਸੀਪਲ ਸਰੂਪ ਚੰਦ ਜੀ ਹੈ, ਅਤੇ ਜਿਹੜੇ ਕੈਸ਼ੀਅਰ ਹੈ ਉਹ ਰਿਟਾਇਰਡ BPO ਸੰਤ ਕਰਮਚੰਦ ਜੀ ਹੈ, ਔਰ ਉਹਨਾਂ ਦੇ ਨਾਲ ਸਹਾਇਕ ਸ਼੍ਰੀ ਮਨਜੀਤ ਜੀ ਮੁਗੋਵਾਲੀਆ, ਪੁੱਤਰ ਚੰਦਰ
ਸੈਨ ਜੀ ਤੇ ਪੁੱਤਰ ਬਾਊ ਗੰਗੂ ਰਾਮ ਮੋਹਵਾਲੀ ਜੀ, ਭਾਵ ਕਿ ਉਹਨਾਂ ਦੇ ਸਕੇ ਪੁੱਤਰੇ ਆ ਜੀ। ਇਦਾਂ ਸਾਰੇ ਪੜ੍ਹੇ ਲਿਖੇ ਜਿਹੜੇ ਆ ਉਹ ਇਸ ਕਮੇਟੀ ਦੇ ਵਿੱਚ ਚਲਾ ਰਹੇ ਆ, ਔਰ ਸਾਰੇ ਹੀ ਕੋਈ ਪੈਨ ਹੀ ਨਹੀਂ ਲੈਂਦੇ, ਇਹ ਗੁਰੂ ਮਹਾਰਾਜ ਦੀ ਸੇਵਾ ਕਰਦੇ ਆ। ਕਿਸੇ ਦੀ ਆਪਣੀ ਪੈਨਸ਼ਨ ਹੈ, ਕਿਸੇ ਦੀ ਆਪਣੀ ਨੌਕਰੀ ਹੈ, ਔਰ ਇੱਕ ਜਿਹੜੇ ਸਾਡੇ ਸਕੱਤਰ ਜਨਰਲ ਹੈ ਉਹ ਮਾਸਟਰ ਰਾਮਕ੍ਰਿਸ਼ਨ ਜੀ ਪੱਲੀ ਚੱਕੀ ਹੈ, ਜਿਹੜੇ ਲੈਕਚਰਰ ਹੈ ਔਰ ਐਸਸੀ ਕਿਸ਼ਨ ਕੋਲ ਦੇ ਪਾਸ਼ਾ ਦੇ ਦੋਸਤੋ ਤੁਸੀਂ ਦੇਖਿਆ, ਬਹੁਤ ਵਾਰ ਅਸੀਂ ਦੇਖਦੇ ਹਾਂ, ਕਈ ਵਾਰ ਸੰਤ ਮਹਾਂਪੁਰਸ਼ਾਂ ਦੇ ਵਿੱਚ ਇੱਕ ਭਾਵਨਾ ਹੁੰਦੀ ਆ ਵੀ ਮੈਂ ਹੀ ਹਾਂ, ਜਿਸ ਵੀ ਸਥਾਨ ਤੇ ਬੈਠਾ ਹੋਵੇ ਜਾਂ ਜਿਸ ਵਾਰ ਕਿਤੇ ਆ ਵੀ ਮੇਰੀ ਚੱਲਤਾ ਆਮ ਪੰਜਾਬੀ ਦੇ ਵਿੱਚ ਅਸੀਂ ਗੱਲ ਕਰਦੇ ਹਾਂ। ਇਹ ਇੱਕ ਬਹੁਤ ਵੱਡੀ ਗੱਲ ਆ ਸੰਤ ਸੁਖਵਿੰਦਰ ਸਿੰਘ ਹੀਰਾ ਜੀ ਨੇ, ਕਿਵੇਂ ਉਹਨਾਂ ਨੇ ਤਫਸੀਲ ਦੇ ਨਾਲ ਦੱਸਿਆ ਵੀ ਇਹ ਲੋਕ ਜਿਹੜੇ ਇਸ ਸਥਾਨ ਤੇ ਸੇਵਾ ਕਰਦੇ ਨੇ, ਨਹੀਂ ਤਾਂ ਬਹੁਤ ਸਾਰੇ ਲੋਕ ਆ ਸਾਰੀ ਸੇਵਾ ਆਪਣੇ ਸਿਰ ਲੈਂਦੇ ਤੇ ਮੈਂ ਕਰਦਾ। ਇਹ ਵੀ ਇਹਨਾਂ ਇੱਕ ਬਹੁਤ ਵੱਡੀ ਜਰਨਬਾਜ਼ੀ ਹੈ ਜਿਹੜੀ ਇਹਨਾਂ ਲੋਕਾਂ ਨੇ ਸਾਰਿਆਂ ਨੂੰ ਸਤਿਕਾਰਦਾ ਕਮੇਟੀ ਮੈਂਬਰਾਂ ਦੇ ਨਾਂ ਜਿਹੜੇ ਆ ਲੋਕ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੇ ਨਾਲ ਦੀ ਨਾਲ ਆਪਣੇ ਜਿਹੜੇ ਆ ਜੋ ਇਹਨਾਂ ਦੀ ਕਮੇਟੀ ਦੇ ਉਹ ਦੱਸਿਆ, ਉਹ ਵੀ ਇੱਕ ਬਹੁਤ ਵੱਡੀ ਗੱਲ ਆ। ਇਹਨਾਂ ਸੀ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਵੱਖਰੇ ਕਮੇਟੀ ਮੈਂਬਰ ਦੇ ਇੱਥੇ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਜਿਹੜੇ ਚਰਨ ਛੋਹ ਇਹਨਾਂ ਦੱਸੀ ਆ ਕਿ ਆਪ ਦੇ ਨਾਲ ਦੀ ਨਾਲ ਧਰਮ ਸਮਾਜ ਜਿਹੜਾ ਮਿਸ਼ਨ ਦੇ ਲਈ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੱਸਿਆ ਨੈਸ਼ਨਲ ਪ੍ਰੈਜ਼ੀਡੈਂਟ ਨੇ, ਔਰ ਇੰਨੀ ਵੱਡੀ ਸੇਵਾ ਅੰਤਕ ਸੇਵਾ ਇੱਕ ਗ੍ਰਸਤੀ ਹੁੰਦਿਆਂ ਜਿਹੜਾ ਨਿਸਵਾਰਥ ਕਰਦੇ ਨੇ, ਔਰ ਨਾਲ ਦੀ ਨਾਲ ਜਿਹੜੇ ਕਮੇਟੀ ਮੈਂਬਰ ਵੀ ਉਹ ਵੀ ਜਸਟ ਵਨ ਪੈਨੀ ਵੀ ਕੋਈ ਇਫੈਕਟ ਨਹੀਂ ਕਰਦੇ। ਇਹੋ ਜਿਹੇ ਲੋਕਾਂ ਦੀ ਜਿਹੜੀ ਸੇਵਾ ਹਮੇਸ਼ਾ ਸਾਰਥਕ ਹੁੰਦੀ ਆ, ਫਲਦੀ ਫੁੱਲਦੀ ਵੀ ਆ ਪੰਜਾਬੀ ਦੇ ਸ਼ਬਦਾਂ ਵਿੱਚ, ਤੇ ਨਾਲ ਦੀ ਨਾਲ ਇਹ ਵੀ ਆ ਇਹੋ ਜਿਹੇ ਧਾਰਮਿਕ ਸਥਾਨ ਦੀ ਸ਼ਰਧਾ ਜਿਹੜੀ ਆ ਭਾਵਨਾ ਹੈ ਲੋਕਾਂ ਤੱਕ ਇਸ ਪਹੁੰਚਦੀ ਹੈ, ਤਾਂ ਕਿ ਜਿਹੜੇ ਇਹੋ ਜਿਹੇ ਇਤਿਹਾਸਿਕ ਸਥਾਨ ਆ ਜਿੱਥੇ ਇਹਨਾਂ ਨੇ ਹੋਰ ਸਟੇਟਾਂ ਦੇ ਜਾ ਕੇ ਇਤਿਹਾਸਿਕ ਸਥਾਨ ਲੱਭੇ, ਉੱਥੇ ਇਹਦੀ ਵੀ 1984 ਦੇ ਵਿੱਚ ਜਿਹੜੀ ਖੋਜ ਕੀਤੀ ਸੀ। ਅੱਜ ਇੱਥੇ ਸੰਗਤਾਂ ਦਾ ਇੱਕ ਹੜ ਆਇਆ, ਹਰ ਐਤਵਾਰ ਹਰ ਮੇਲੇ ਤੇ ਜਦੋਂ ਵੀ ਇੱਥੇ ਕੋਈ ਸੰਗਤਾਂ ਇੱਥੇ ਭਾਰੀ ਗਿਣਤੀ ਵਿੱਚ ਆ ਕੇ ਨਤਮਸਤਕ ਹੁੰਦੀਆਂ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਆਸ਼ੀਰਵਾਦ ਪ੍ਰਾਪਤ ਕਰਦੀਆਂ। ਅਜਨੋਹਾ।